भाजपा के पूर्व कैबिनेट मंत्री अनिल जोशी की ओर से जिला पठानकोट का दौरा किया गया। अपने दौरे में उन्होंने एक प्रेस कॉन्फ्रेंस का आयोजन किया, जिसमें विशेष रूप से पूर्व कैबिनेट मंत्री मास्टर मोहन लाल ने भी शिरकत की। इस प्रेस कॉन्फ्रेंस में अपने संबोधन में पूर्व कैबिनेट मंत्री अनिल जोशी ने कहा कि केंद्र की नीतियों को अगर कोई किसानों तक सही तरीके से नहीं रख पाया है तो वो है भाजपा के प्रदेश अध्यक्ष अश्विनी शर्मा, जो एक असफल नेता रहे हैं और जिन्होंने पंजाब के हालात को भी केंद्र के समक्ष नहीं रखा है। उन्होंने कहा कि अब उन्हें इस्तीफा दे देना चाहिए, क्योंकि वो अपने पद के साथ पूरी तरह से इंसाफ नहीं कर सके हैं। इस मौके पर उपस्थित पूर्व कैबिनेट मंत्री मास्टर मोहन लाल भी यही कहा कि जब तक भाजपा प्रदेश अध्यक्ष अश्विनी शर्मा पार्टी में है, तब तक उनकी पार्टी में एंट्री ही नहीं हो सकती है। उन्होंने कहा कि आज जो लोग अपनी छोटी सी उंगली पर चोट लगने को शहादत कहते हैं, वो क्या जाने कि उन्होंने जो खून बहाए हैं शहादत उसे कहा जाता है। इस मौके पर उन्होंने किसानों के पक्ष में अपना पक्ष रखा और जिसके चलते एक बगावत का माहौल भी इस प्रेस कॉन्फ्रेंस में पूरी तरह से दिखाई दिया। पार्टी लाइन तो अलग होके नहीं, पार्टी नूं यही कहा कि जिहड़ी लाइन ਲੈਣੀ ਚਾਹੀਦੀ ਹੈ ਉਹ ਇਹ ਹੈ ਕਿ ਆਪਾਂ ਪੰਜਾਬ 'ਚ ਪੋਲੀਟਿਕਸ ਕਰਨੀ ਹੈ। ਪੰਜਾਬ 'ਚ ਸਾਡਾ ਭਾਈਚਾਰਾ, ਪੰਜਾਬ 'ਚ ਕਿਸਾਨਾਂ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ, ਕਿਉਂਕਿ ਇਹ ਐਗਰੀਕਲਚਰ ਸਟੇਟ ਹੈ ਤੇ ਇੱਥੇ ਜਿਹੜੀ ਪੰਜਾਬ ਦੀ ਇਕਨੋਮੀ ਹੈ ਸਾਰੀ ਐਗਰੀਕਲਚਰ ਬੇਸਡ ਹੈ। ਇਸ ਕਰਕੇ ਹਰ ਦੁਕਾਨਦਾਰ, ਹਰ ਵਪਾਰੀ, ਸ਼ੈਲਰ, ਆੜਤ ਇਹ ਸਭ ਇੰਟਰਲਿੰਕਡ ਹੈ ਸਭ ਕਿਸਾਨਾਂ ਨਾਲ। ਤੇ ਜੇ ਕਿਸਾਨਾਂ ਵਾਸਤੇ ਅਸੀਂ ਹਾਂ ਦਾ ਨਾਅਰਾ ਹੀ ਨਹੀਂ ਮਾਰਾਂਗੇ, 500 ਕਿਸਾਨ ਉੱਥੇ ਸ਼ਹੀਦ ਹੋ ਗਏ, ਉਹਦੇ ਵਾਸਤੇ ਹਾਂ ਦਾ ਨਾਅਰਾ ਮਾਰਨਾ ਕੀ ਪਾਰਟੀ ਲਾਈਨ ਤੋਂ ਅਲੱਗ ਦੀ ਗੱਲ ਹੈ। ਜੇ ਕਿਸਾਨ ਪੰਜਾਬ ਦੇ ਆ, ਕਿਉਂਕਿ ਪੰਜਾਬ ਤੋਂ ਐਜੀਟੇਸ਼ਨ ਸ਼ੁਰੂ ਹੋਈ ਤੇ ਮੈਂ ਤੇ ਹੁਣ ਤੇ ਹੌਲੀ ਹੌਲੀ ਇੱਥੋਂ ਤੱਕ ਗੱਲ ਆ ਗਈ ਹੈ ਵੀ ਮੈਂ ਇਹਨਾਂ ਨੂੰ ਇਹੀ ਕਿਹਾ ਵਾ ਪ੍ਰਧਾਨ ਜੀ ਨੂੰ ਵੀ ਤੁਸੀਂ ਜੇ ਉਸ ਟਾਈਮ 'ਤੇ ਜਦੋਂ ਮੈਂ ਕਿਹਾ, ਮਾਸਟਰ ਜੀ ਨੇ ਵੀ ਕਿਹਾ ਉਸ ਟਾਈਮ 'ਤੇ ਉਸ ਟਾਈਮ ਦੇ ਉੱਤੇ ਪੰਜਾਬ 'ਚ ਦੋ ਡਿਮਾਂਡ ਸੀ ਛੋਟੀਆਂ ਜਿਹੀਆਂ ਕਿਸਾਨਾਂ ਦੀਆਂ। ਨੰਬਰ 1 ਆਉਂਦੇ ਸੀ ਵੀ ਸਾਨੂੰ SDM ਦੀ ਜਗ੍ਹਾ ਦੇ ਉੱਤੇ ਕੋਰਟ ਜਾਣ ਦਾ ਅਧਿਕਾਰ ਦਿਓ, MSP ਦੀ ਗਰੰਟੀ ਦਿਓ। ਤੁਸੀਂ ਇਹ ਦੇਖੋ MSP ਤੇ 100% ਖਰੀਦ ਹੈਗੀ ਹੈ ਝੋਨੇ ਦੀ ਵੀ ਤੇ ਕਣਕ ਦੀ ਵੀ, ਤੇ 100% MSP ਆਉਂਦੀ ਹੈ ਪੰਜਾਬ 'ਚ। ਇੱਥੇ ਤੇ ਗਰੰਟੀ ਹੈ ਤੇ ਲਿਖਤੀ ਚਾਹੀਦੇ ਤੇ ਲਿਖਤੀ ਦੇ ਦੇਣਾ ਸੀ ਉਹਨਾਂ ਨੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਕੋਈ ਵਾਧੂ ਪੈਸਾ ਨਹੀਂ ਸੀ ਦੇਣਾ ਪੈਣਾ। ਇਸ ਕਰਕੇ ਇਹ ਪੰਜਾਬ ਦੇ ਵਿੱਚ ਹੀ ਡੀਲ ਹੋ ਜਾਣਾ ਸੀ, ਪਰ ਇਹਨਾਂ ਨੇ ਸਿੰਸੈਰਿਟੀ ਨਹੀਂ ਵਿਖਾਈ। ਇਹਨਾਂ ਨੇ ਉਸ ਵੇਲੇ ਇਹਨਾਂ ਨੂੰ ਨਬਜ ਨਹੀਂ ਫੜ ਸਕੇ ਕਿਸਾਨਾਂ ਦੀ, ਝੂਠ ਬੋਲਦੇ ਰਹੇ ਉੱਤੇ ਵੀ ਅਸੀਂ ਪਿੰਡਾਂ 'ਚ ਜਾ ਰਹੇ ਹਾਂ, ਅਸੀਂ ਕਿਸਾਨਾਂ ਨੂੰ ਜਾ ਕੇ ਸਮਝਾ ਰਹੇ ਹਾਂ। ਉਹ ਬੜੇ ਖੁਸ਼ ਆ ਕਿ ਬਹੁਤ ਵਧੀਆ ਐਕਟ ਆਏ ਆ, ਜਿੱਥੇ ਸਨਮਾਨ ਵੀ ਹੋ ਲਿਆ। ਆਪੇ ਹੀ ਵਰਚੁਅਲ ਮੀਟਿੰਗਸ ਹੋਈਆਂ ਜਿਹੜੀਆਂ ਉਹਨਾਂ ਦੀਆਂ ਮਿਨਿਸਟਰਸ ਦੀਆਂ, ਉਹਦੇ 'ਚ ਬੰਦੇ ਜਿਹੜੇ ਪਾਰਟੀ ਦੇ ਹੀ ਭਾਲੇ ਕਿਸਾਨ ਤੇ ਕੋਈ ਪਿੰਡਾਂ 'ਚੋਂ ਆਏ ਨਹੀਂ, ਕਿਸਾਨ ਤੇ ਐਜੀਟੇਸ਼ਨ ਸੀਗੇ। ਤੇ ਇਹ ਇਸੇ ਨਲਾਇਕੀ ਕਰਕੇ ਪੰਜਾਬ ਦੇ ਇਸ ਯੂਨਿਟ ਕਰਕੇ ਇਹ ਅੰਦੋਲਨ ਜਿਹੜਾ ਵਾ ਉਹ ਦੇਸ਼ ਵਿਆਪੀ ਹੋ ਗਿਆ। ਤੇ ਫਿਰ ਮੈਂ ਸਮਝਦਾ ਹਾਂ ਕਿ ਵਿਸ਼ਵ ਵਿਆਪੀ ਵੀ, ਕਿਉਂਕਿ ਪੂਰੇ ਦੁਨੀਆ ਦੇ ਵਿੱਚ ਪ੍ਰਦਰਸ਼ਨ ਹੋਏ ਐਮਬੈਸੀਆਂ ਦੇ ਸਾਹਮਣੇ। ਤੇ ਉਹਦੇ ਨਾਲ ਕਿਰਕਰੀ ਜਿਹੜੀ ਹੈ ਹਿੰਦੁਸਤਾਨ ਸਰਕਾਰ ਦੀ ਹੋਈ, ਮੋਦੀ ਸਾਹਿਬ ਦੀ ਸਰਕਾਰ ਜਿਹੜੀ ਇੰਨੀ ਵਧੀਆ ਪੂਰੀ ਦੁਨੀਆ ਦੇ ਵਿੱਚ ਜਿਹਨੇ ਝੰਡੇ ਗੱਡੇ ਆਪਣੇ ਕੰਮ ਦੇ ਨਾਲ, ਜਿਹਦੀ ਇੰਨੀ ਸ਼ੋਭਾ ਹੋ ਰਹੀ ਸੀ, ਇਸ ਪੰਜਾਬ ਦੇ ਯੂਨਿਟ ਕਰਕੇ ਉਹ ਕਿਰਕਰੀ ਹੋਈ। ਉਹਦੀ ਜ਼ਿੰਮੇਵਾਰੀ ਵੀ ਇਸ ਪੰਜਾਬ ਯੂਨਿਟ ਦੀ ਆ, ਪ੍ਰਧਾਨ ਦੀ ਤੇ ਉਹਦੀ ਟੀਮ ਦੀ। ਤੇ ਅਸੀਂ ਤੇ ਇੱਕੋ ਹੀ ਗੱਲ ਮੈਂ ਕੀਤੀ ਬਾਰ-ਬਾਰ, ਪਹਿਲਾਂ ਪਾਰਟੀ ਦੇ ਅੰਦਰ ਕਰਦੇ ਰਹੇ ਗੱਲ, ਇਹ ਵੀ ਕਿਹਾ ਮੈਂ ਕਿਹਾ 23 MLA ਜਿਹੜੇ ਲੜਦੇ ਆ ਉਹ ਬੁਲਾਓ, ਨਾਲ ਸੀਨੀਅਰ ਜਿਸ ਤਰ੍ਹਾਂ ਮਾਸਟਰ ਜੀ ਆ ਜਾਂ ਆਪਣੀ ਕੋਰ ਕਮੇਟੀ 50-60 ਲੋਕਾਂ ਦੀ ਇੱਕ ਸੀਨੀਅਰਸ ਦੀ ਟੀਮ ਬੁਲਾਓ, ਸਭ ਦਾ ਵਿਊ ਲਓ, ਇਹਨੂੰ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ। ਪੰਜਾਬ ਸੀ ਉਦੋਂ, ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ। ਇਹਨਾਂ ਨੇ ਅੱਜ ਤੱਕ ਉਹ 23 MLA ਨਹੀਂ ਬੁਲਾਏ, ਨਾ ਹੀ ਮੇਰਾ ਖਿਆਲ ਇਹਨਾਂ ਨੂੰ ਪੁੱਛਿਆ ਹੋਣਾ ਤੇ ਨਾ ਹੀ ਅੱਜ ਤੱਕ ਸਾਨੂੰ ਪੁੱਛਿਆ। ਇਹ ਕਿਹਦੇ ਨਾਲ ਕੌਣ ਸਲਾਹਕਾਰ ਹੈ ਇਹਨਾਂ ਦੇ ਸਲਾਹਕਾਰ ਹੁਣ ਜਿਹੜੇ ਜਨਰਲ ਸੈਕਟਰੀ ਬਣਾਏ ਆ ਜਾਂ ਟੀਮ ਬਣਾਈ ਉਹ ਹੋ ਸਕਦੇ ਆ। ਮਤਲਬ ਤੁਸੀਂ ਦੇਖੋ ਨਾ ਲੈਵਲ ਕੀ ਹੈਗਾ ਵਾ। ਜਿਨ੍ਹਾਂ ਨੇ ਇਲੈਕਸ਼ਨਾਂ ਜਦੋਂ 23 ਬੰਦੇ ਆ ਜਿਹੜੇ ਇਲੈਕਸ਼ਨ ਲੜਦੇ, ਉਦੋਂ ਉਹਨਾਂ ਦਾ ਗਰਾਊਂਡ, ਉਹਨਾਂ ਦਾ ਬਸ ਸਭ ਕੁਝ, ਕਿਉਂਕਿ ਜਦੋਂ ਟਿਕਟ ਦਿੰਦੇ ਆ ਸਭ ਕੁਝ ਵੇਖ ਕੇ ਪਾਰਟੀ ਦਿੰਦੇ ਆ, ਉਦੋਂ ਸਭ ਠੀਕ ਹੁੰਦੇ ਆ। ਜਦੋਂ ਕੋਈ ਪਾਰਟੀ ਦੇ ਅੰਦਰ ਕੋਈ ਸਲਾਹ ਕਰਨ ਦੀ ਲੋੜ ਹੁੰਦੀ ਆ ਤਾਂ ਉਦੋਂ ਕੀ ਉਹਨਾਂ ਦੇ ਦਿਮਾਗ ਘਟ ਜਾਂਦੇ ਆ। ਇਸ ਕਰਕੇ ਮੇਰਾ ਕਹਿਣਾ ਇਹੀ ਸੀ ਕਿ ਪੰਜਾਬ ਦੇ ਵਿੱਚ ਜੋ ਕਾਰਜਕਰਤਾ ਨਾਲ ਇਸ ਵੇਲੇ ਹੋ ਰਿਹਾ, ਫਿਰ ਦੇਸ਼ ਵਿਆਪੀ ਤੇ ਹੋ ਹੀ ਗਿਆ, ਇਹ ਡੈਡਲੌਕ ਕਾਇਮ ਹੋ ਹੀ ਗਿਆ, ਪਰ ਜੋ ਪਾਰਟੀ ਦੇ ਕਾਰਜਕਰਤਾ ਨਾਲ ਹੁੰਦਾ ਪਿਆ, ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਕਿਹਾ ਕਿ ਪੰਜਾਬ ਦੀ BJP ਨੂੰ ਪੰਜਾਬ ਦੇ ਕਿਸਾਨਾਂ ਨਾਲ ਸਟੈਂਡ ਲੈਣਾ ਚਾਹੀਦਾ। ਸਾਨੂੰ ਹਿੱਕ ਢਾਹ ਕੇ ਦਿੱਲੀ ਨਾਲ ਗੱਲ ਕਰਨੀ ਚਾਹੀਦੀ ਆ। ਅਸੀਂ ਬਹੁਤ ਸੰਤਾਪ ਹੰਢਾਇਆ ਪੁਰਾਣਾ ਜਿਹੜਾ ਵਾ ਨਾ, ਅੱਤਵਾਦ ਦਾ ਸਮਾਂ ਭੁੱਲਾ ਨਹੀਂ ਹਲੇ। ਬੜਾ ਮੁਸ਼ਕਲ ਲੋਕੀ ਫਿਰ ਉਸ ਦੀ ਜਾਏ ਉਸੇ
ਲੈਵਲ ਤੇ ਪ੍ਰੇਮ ਭਾਈਚਾਰਾ ਬਣਿਆ, ਉਹ ਅਸੀਂ ਹੁਣ ਟੁੱਟਣ ਨਹੀਂ ਦੇਣਾ ਕਿਸੇ ਕੀਮਤ ਦੇ ਉੱਤੇ। ਸਾਡਾ ਦੁੱਖ ਇਹ ਆ, ਇਸ ਕਰਕੇ ਭਾਈਚਾਰਾ ਨਾ ਟੁੱਟੇ, ਕਿਸਾਨ ਖੁਸ਼ੀ ਘਰ ਆਉਣ, ਉਹਨਾਂ ਦਾ ਮਸਲਾ ਹੱਲ ਹੋਵੇ। ਤੇ ਮੈਂ ਇਹਨਾਂ ਨੂੰ ਇਹੀ ਕਿਹਾ ਵੀ ਸਾਨੂੰ ਪੰਜਾਬ ਦੇ ਕਿਸਾਨਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਹਾਂ ਦਾ ਨਾਰਾ ਮਾਰਨਾ ਚਾਹੀਦਾ, ਉਹਨਾਂ ਨਾਲ ਸਟੈਂਡ ਲੈਣਾ ਚਾਹੀਦਾ। ਕਾਂਗਰਸ ਨੇ ਉਹਨਾਂ ਨੂੰ ਸਪੋਰਟ ਦਿੱਤੀ, ਅਕਾਲੀ ਦਲ ਨੇ ਦਿੱਤੀ, ਆਮ ਪਾਰਟੀ ਨੇ ਦਿੱਤੀ, ਛੋਟੇ ਮੋਟੀਆਂ ਸਾਰੀਆਂ ਜਥੇਬੰਦੀਆਂ, ਭਾਵੇਂ ਟਰਾਂਸਪੋਰਟ ਵਾਲੀ, ਮਜ਼ਦੂਰਾਂ ਦੀ, ਵਪਾਰੀਆਂ ਦੀ। ਤੇ ਅਸੀਂ ਜਿਹੜਾ ਬੀਜੇਪੀ ਵਾਲੇ ਜਿਹੜੇ ਇੱਕ ਵੱਖਰਾ ਰਾਗ ਲਾਤੇ ਪਏ ਹਾਂ, ਬਾਕੀ ਸਾਰੇ 95% ਲੋਕ ਜਿਹੜੇ ਉਹ ਗੱਲ ਕਰਦੇ ਪਏ ਕਿਸਾਨਾਂ ਦੀ। ਤੇ ਜੇ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਹੁੰਦੇ ਤਾਂ ਘੱਟ ਤੋਂ ਘੱਟ ਸਾਡਾ ਵਰਕਰ ਤਾਂ ਨਾ ਕੁੱਟਿਆ ਜਾਂਦਾ। ਕਾਂਗਰਸ ਦੇ ਆਖੇ ਨਹੀਂ ਮਸਲਾ ਹੱਲ ਹੋਇਆ, ਅਕਾਲੀ ਦਲ ਦੇ ਨਹੀਂ ਹੋਇਆ, ਆਪ ਦੇ ਨਹੀਂ ਹੋਇਆ, ਤੇ ਅਸੀਂ ਵੀ ਕਹਿ ਸਕਦੇ ਵੀ ਸੈਂਟਰ ਸਰਕਾਰ ਵਿਚਾਰ ਕਰਦੀ ਪਈ ਆ, ਅਸੀਂ ਤੁਹਾਡੇ ਨਾਲ ਆ, ਅਸੀਂ ਹੋਰ ਪ੍ਰੈਸ਼ਰ ਬਣਾਉਂਦੇ ਆ। ਸੈਂਟਰ ਸਰਕਾਰ ਨਹੀਂ ਮੰਨਦੀ, ਅਸੀਂ ਤਾਂ ਤੁਹਾਡੇ ਨਾਲ ਖੜੇ ਨਾ। ਸਾਡੇ ਵਰਕਰ ਦਾ ਇਹ ਹਾਲ ਨਹੀਂ ਹੁੰਦਾ, ਫਿਰ ਜੋ ਹੁੰਦਾ ਪਿਆ, ਸਾਡੇ ਐਮਐਲਏ ਦੇ ਕੱਪੜੇ ਲੱਥ ਕੇ ਇੰਨਾ ਬੁਰਾ ਹਾਲ ਹੋਇਆ, ਇਹ ਜ਼ਿੰਮੇਵਾਰੀ ਪੰਜਾਬ ਪ੍ਰਧਾਨ ਦੀ ਨਹੀਂ ਗੀ। ਵਰਕਰ ਦੀ ਸਿਕਿਉਰਿਟੀ, ਇੱਜ਼ਤ ਮਾਨ ਦੀ ਰਾਖੀ ਨਹੀਂ ਅਸੀਂ ਕਰ ਪਾਏ, ਅਸੀਂ ਸਹੀ ਫੀਡਬੈਕ ਸਹੀ ਟਾਈਮ 'ਤੇ ਨਹੀਂ ਦੇ ਪਾਏ ਕੇਂਦਰ ਨੂੰ। ਸਾਡੇ ਹੁੰਦਿਆਂ, ਇਸ ਪ੍ਰਧਾਨ ਸਾਹਿਬ ਦੇ ਹੁੰਦਿਆਂ ਪਾਰਟੀ ਟੁੱਟੀ, ਇਹਨਾਂ ਦਾ ਜਨਰਲ ਸੈਕਟਰੀ ਚਲ ਗਿਆ, ਬਹੁਤ ਸਾਰੇ ਕਸਬਿਆਂ 'ਚੋਂ ਬਹੁਤ ਸਾਰੇ ਇੱਧਰੋਂ ਉੱਧਰੋਂ ਲੋਕਲ ਅਖਬਾਰਾਂ 'ਤੇ ਦੇ ਕੇ ਪਾਰਟੀ ਛੱਡ ਕੇ ਹੋਰ ਇੱਧਰ ਉੱਧਰ ਸ਼ਾਮਲ ਹੋ ਰਿਹਾ। ਪਾਰਟੀ ਟੁੱਟਦੀ ਰਹੀ, ਜ਼ਿੰਮੇਵਾਰੀ ਕਿਹਦੀ ਹੈ? ਪੰਜਾਬ ਪ੍ਰਧਾਨ ਦੀ। ਵਰਕਰ ਦੀ ਇੱਜ਼ਤ ਮਾਨ ਦੀ ਰਾਖੀ ਨਹੀਂ ਕਰ ਪਾਏ, ਕਿਹਦੀ ਜ਼ਿੰਮੇਵਾਰੀ ਹੈ? ਪੰਜਾਬ ਪ੍ਰਧਾਨ ਦੀ। ਸਹੀ ਫੀਡਬੈਕ ਕੇਂਦਰ ਨੂੰ ਨਹੀਂ ਦਿੱਤੀ, ਕਿਹਦੀ ਜ਼ਿੰਮੇਵਾਰੀ ਹੈ? ਪੰਜਾਬ ਪ੍ਰਧਾਨ ਦੀ। ਇਸ ਕਰਕੇ ਮੇਰੇ ਵਰਗੇ ਬੰਦਿਆਂ ਨੂੰ ਜਾਂ ਸਾਨੂੰ ਨੋਟਿਸ ਦੇਣ ਦੀ ਬਜਾਏ ਇਹਨਾਂ ਨੂੰ ਆਪ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਸਟੈਂਡ ਲੈਂਦੇ ਜਾ ਕੇ ਵੀ ਮੈਂ ਜੇ ਆਪਣੇ ਕਾਰਜਕਰਤਾ ਦੀ ਸਿਕਿਉਰਿਟੀ, ਇੱਜ਼ਤ ਮਾਨ ਦੀ ਰਾਖੀ ਨਹੀਂ ਕਰ ਪਾ ਰਿਹਾ, ਮੇਰੀ ਨਹੀਂ ਗੱਲ ਸੁਣੀ ਜਾਂਦੀ, ਫਿਰ ਕੋਈ ਰਿਜ਼ਾਈਨ ਲੈ ਲਓ। ਮੈਂ ਨਹੀਂ ਆਪਣੇ ਵਰਕਰਾਂ ਦੀ ਹਾਲਾਤ ਦੇ ਸਕਦਾ। ਇਹ ਮੋਰਲ ਆਪਣੀ ਜਿਹੜੀ ਹੈ ਨਾ ਗਰਾਊਂਡ ਦੇ ਉੱਤੇ ਇਹਨਾਂ ਨੂੰ ਦੇਣਾ ਚਾਹੀਦਾ ਸੀ। ਦੋਸਤ ਪੰਜਾਬ ਯੂਨਿਟ ਦੇ ਕਿਹੜੇ ਬੰਦੇ ਪਿੰਡਾਂ 'ਚ ਜਾ ਕੇ ਜਾਂ ਇਲਾਕਿਆਂ 'ਚ ਜਾ ਕੇ, ਜਿਵੇਂ ਤੁਸੀਂ ਗੱਲ ਕੀਤੀ ਕਿ ਝੂਠ ਬੋਲਦੇ ਰਹੇ ਆ, ਉਹ ਕਿਹੜੇ ਲੋਕ ਸੀਗੇ? ਪਿੰਡਾਂ 'ਚ ਜਾ ਕੇ ਝੂਠ ਬੋਲਦੇ ਰਹੇ? ਪਿੰਡਾਂ 'ਚ ਤਾਂ ਮੈਂ ਆਖਿਆ ਹੀ ਨਹੀਂ ਹੈ। ਮੈਂ ਤਾਂ ਵਰਚੁਅਲ ਮੀਟਿੰਗਸ ਹੋਈਆਂ ਜਿਹੜੀਆਂ ਕੇਂਦਰ 'ਚ ਉਹਨਾਂ ਨੇ। ਕੌਣ ਬੰਦੇ ਕੀ ਪਾਰਟੀ ਦੇ ਅੱਗੇ ਪਾਉਂਦੇ ਰਹੇ ਆ ਝੂਠ ਬੋਲਣ? ਨਹੀਂ, ਪਾਰਟੀ ਦੇ ਅੱਗੇ ਕਿਸਾਨ ਬਣ ਕੇ ਕਿਸੇ ਨੂੰ ਪੱਗ ਤੈਨੂੰ ਬਣਾ ਲਈ, ਮੈਨੂੰ ਬਣਾ ਦਿੱਤੀ, ਬਹਿ ਜਾਓ ਜੀ ਤੇ ਕਿਸਾਨ ਹੈ ਜੀ ਅਸੀਂ। ਮਤਲਬ ਪਿੰਡਾਂ 'ਚ ਦੇ ਕੇ ਸਾਰੇ ਹੀ ਇਹੀ ਉੱਤੇ ਜਾ ਕੇ ਰਿਪੋਰਟਾਂ ਦਿੱਤੀਆਂ, ਅਸੀਂ ਜਾ ਰਹੇ ਪਿੰਡਾਂ 'ਚ, ਸਮਝ ਰਹੇ ਆ ਸਾਰੇ ਕਿਸਾਨ ਬਹੁਤ ਖੁਸ਼ ਆ। ਇਹੀ ਕੀਤਾ। ਕੌਣ ਕੀ? ਪੰਜਾਬ ਪ੍ਰਧਾਨ ਦੇ ਵਿੱਚ ਜਿਹੜੀ ਸਾਰੀ ਟੀਮ, ਸਾਰਾ ਜ਼ਿੰਮੇਵਾਰੀ ਇਹੀ ਹੁੰਦੀ ਆ। ਜਿਹੜਾ ਘਰ ਦਾ ਜਿਹੜਾ ਮੁਖੀ ਹੁੰਦਾ ਨਾ, ਉਹਦੀ ਜ਼ਿੰਮੇਵਾਰੀ ਹੁੰਦੀ ਆ ਸਾਰ ਥੱਲੇ। ਮੈਂ ਜੀ ਭਰਾ ਜੋਸ਼ੀ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ 4 ਦਿਨ ਮੈਂ ਬਿਸਤਰ 'ਤੇ ਰਿਹਾ, ਮੇਰਾ ਪਤਾ ਕਰਨ ਆਏ ਨੇ। ਮੈਂ ਤੇ ਇਸ ਗੱਲ 'ਤੇ ਬੜਾ ਸ਼ੁਕਰਗੁਜ਼ਾਰ ਹਾਂ। ਬਾਕੀ ਜਿਹੜੀਆਂ 2-3 ਤੁਸੀਂ ਮੁੱਦੇ ਉਠਾਏ ਨੇ, ਮੈਂ ਨਾ ਤਿੰਨਾਂ 'ਚ ਨਾ 13 'ਚ 12 ਸਾਲ ਦਾ ਮੈਂ ਘਰ 'ਚ ਬੈਠਾ। ਹੁਣ ਜਿਸਲੇ ਕਿਸਾਨਾਂ ਦਾ ਅੰਦੋਲਨ ਚੱਲਿਆ ਤੇ ਪਾਰਟੀ ਦੇ ਅੰਦਰ ਜੋ ਕੁਝ ਵੀ ਬਿਖਰਾਵ ਨਜ਼ਰ ਆਇਆ, ਤੇ ਪੱਤਰਕਾਰ ਮੇਰੇ ਕੋਲ ਪੁੱਛਦੇ ਨੇ ਕੋਈ ਗੱਲਾਂ, ਕੋਈ ਸਵਾਲ, ਤੇ ਮੈਨੂੰ ਕੀ ਕਹਿਣਾ ਚਾਹੀਦਾ? ਚੁੱਪ ਰਹਿਣਾ ਚਾਹੀਦਾ? ਮੈਂ ਕਹਿ ਦਿਆਂ ਕਿ ਚੰਗਾ ਜੀ, ਮਿਹਰਬਾਨੀ। ਮੈਨੂੰ ਤੇ ਉਹ ਦੁਖਦ ਜਵਾਬ ਜਿਹੜੇ ਨੇ ਦੇਣੇ ਪੈਂਦੇ ਨੇ ਜਦੋਂ ਕੋਈ ਪੱਤਰਕਾਰ ਮੇਰੇ ਕੋਲ ਪੁੱਛਦਾ। ਅਦਰਵਾਈਜ਼ ਤੇ 12 ਸਾਲ ਦਾ ਮੈਂ ਚੁੱਪ ਹੀ ਸੀ। ਤੁਸੀਂ ਕੋਈ ਐਗਜ਼ਾਮਪਲ ਦੱਸ ਦਿਓ ਜਦੋਂ ਮੈਂ ਕਿਤੇ ਕੋਈ ਗੱਲ ਕੀਤੀ ਹੋਏ। ਹੁਣ ਰੀਸੈਂਟਲੀ ਕੋਈ ਪੱਤਰਕਾਰ ਮੇਰੇ ਕੋਲ ਪੁੱਛ ਕੇ ਆ ਜਾਂਦੇ ਨੇ ਪੁੱਛਣ ਵਾਸਤੇ ਕਿ ਤੁਸੀਂ ਇਲੈਕਸ਼ਨ ਲੜਨਾ ਜੀ, ਬਾਈ ਦਾ ਪਾਰਟੀ ਟਿਕਟ ਦੇਗੀ? ਮੈਂ ਕਿਹਾ ਹਾਂ ਜੀ, ਜ਼ਰੂਰ ਲੜਾਂਗੇ। ਦੂਜਾ ਪ੍ਰਸ਼ਨ ਕਰਦੇ ਨੇ ਜੀ ਫਿਰ ਅਸ਼ਵਨੀ ਕਿੱਥੇ ਜਾਏਗਾ? ਮੈਂ ਕਿਹਾ ਜੀ ਜਦ ਤੱਕ ਅਸ਼ਵਨੀ ਹੈ ਮੈਂ ਇਲੈਕਸ਼ਨ ਨਹੀਂ ਲੜ ਸਕਦਾ। ਮੈਂ ਤਾਂ ਇਹ ਗੱਲਾਂ ਕਹੀਆਂ, ਦੂਜੀ ਗੱਲ ਤਾਂ ਕੋਈ ਕੀਤੀ ਨਹੀਂ। ਤੀਸਰੀ ਗੱਲ ਜਿਹੜੀ ਜੋਸ਼ੀ ਸਾਹਿਬ ਨੇ ਕਹੀ ਹੈ, ਜਿਹੜੇ ਦੂਜਾ ਪ੍ਰਸ਼ਨ ਹੈ ਤੁਹਾਡਾ, ਜੋਸ਼ੀ ਸਾਹਿਬ ਨੇ ਕੋਈ ਐਂਟੀ ਪਾਰਟੀ ਤੇ ਨਹੀਂ ਨਾ ਗੱਲ ਕੀਤੀ। ਉਹਨੇ ਕਿਹਾ ਕਿ ਕਿਸਾਨ ਦੀ ਗੱਲ ਸੁਣੀ ਜਾਵੇ, ਪਾਰਟੀ ਦਾ ਹਿੱਤ ਹੋਏਗਾ। ਇਹ 'ਚ ਕੋਈ ਮਾੜੀ ਗੱਲ ਨਹੀਂ ਕਹੀ। ਮੈਂ ਵੀ ਇਹੀ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪੁਚਕਾਰ ਕਰਕੇ ਟੇਬਲ ਟਾਕ 'ਤੇ ਬਿਠਾਵੇ। ਦੂਸਰੀ ਗੱਲ ਕਿਸਾਨਾਂ ਨੂੰ ਕਹੀ ਹੈ ਕਿ ਜ਼ਿੱਦ ਛੱਡੋ, ਇਹ ਜਿਹੜੇ ਕ੍ਰਿਸ਼ੀ ਕਾਨੂੰਨ ਰੱਦ ਕਰਨੇ, ਇਹਦੀ ਜ਼ਿੱਦ ਛੱਡੋ, ਟੇਬਲ 'ਤੇ ਬੈਠੋ, ਉੱਥੇ ਰੱਦ ਕਰਾ ਲਓ। ਇਹਦੇ 'ਚ ਕਿਹੜੀ ਵੱਡੀ ਗੱਲ? ਲੋੜਾ ਆ ਗਿਆ। ਅਸੀਂ ਤਾਂ ਕੋਈ ਪਾਰਟੀ ਦੇ ਖਿਲਾਫ ਕਦੇ 100 ਜਨਮ ਨਹੀਂ ਜਾ ਸਕਦੇ। ਜਿਸ ਪਾਰਟੀ ਨੂੰ ਅਸੀਂ ਖੜਾ ਕੀਤਾ, ਜਿਸ ਪਾਰਟੀ 'ਚ ਅਸੀਂ ਖੂਨ ਡੋਲਿਆ, ਜਿਸ ਪਾਰਟੀ ਦੀ ਖਾਤਰ ਅਸੀਂ ਜੇਲ੍ਹਾਂ ਸਹੀਆਂ ਨੇ, ਜਿਸ ਪਾਰਟੀ ਦੀ ਖਾਤਰ ਕਾਂਗਰਸ ਦੀਆਂ ਲਾਠੀਆਂ ਸਹੀਆਂ ਨੇ, ਉਸ ਪਾਰਟੀ ਦੇ ਖਿਲਾਫ ਅਸੀਂ ਸੋਚ ਨਹੀਂ ਸਕਦੇ ਜਾਣਾ, ਤੇ ਕਦੇ 3 ਕਾਲ ਨਹੀਂ ਸੋਚ ਸਕਦੇ। ਤੀਸਰਾ ਪ੍ਰਸ਼ਨ ਤੁਸੀਂ ਇਹ ਕਿਹਾ ਹੈ ਕਿ ਬਈ ਮੋਦੀ ਸਾਹਿਬ ਨੇ ਬੇਇਨਸਾਫੀ। ਮੈਂ ਇਹ ਕਿਹਾ ਕਿ ਬਈ ਪੰਜਾਬ ਨੂੰ ਜਿਹੜੀ ਬਾਰਡਰ ਸਟੇਟ ਹੈ, ਇੱਥੇ 1-2 ਮਿਨਿਸਟਰ ਹੋਰ ਬਣਾਉਣੇ ਚਾਹੀਦੇ ਨੇ। ਇਹ ਗੱਲ ਕਹੀ ਹੈ ਮੈਂ, ਇਹਦੇ ਮਾੜੀ ਗੱਲ ਨਹੀਂ ਕੀਤੀ। ਮੈਂ ਨਾ ਮੋਦੀ ਦੇ ਖਿਲਾਫ ਕੀਤੀ, ਨਾ ਗੱਲ ਕੀਤੀ। ਜੋਸ਼ੀ ਸਾਹਿਬ ਤਾਂ ਕਹਿ ਰਹੇ ਨੇ ਕਿ ਪ੍ਰਧਾਨ ਹੋਣਾ ਨੂੰ ਇਸਤੀਫਾ ਦੇਣਾ ਚਾਹੀਦਾ। ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ,
ਅਸਤੀਫਾ ਦੇਣਾ ਜਾਂ ਨਹੀਂ ਦੇਣਾ ਮੇਰਾ ਵਿਸ਼ੇ ਨਹੀਂ ਹੈਗਾ ਜੀ, ਇਹ ਮੇਰਾ ਵਿਸ਼ੇ ਨਹੀਂ ਹੈਗਾ। ਮੈਂ ਨਾ ਮੇਰੇ ਤੋਂ ਪੁੱਛ ਕੇ ਬਣਾਇਆ ਪਾਰਟੀ ਨੇ, ਨਾ ਮੇਰੇ ਕਹਿਣ 'ਤੇ ਕਿਸੇ ਨੇ ਹਟਾਉਣਾ, ਸੋ ਮੇਰੇ ਪੁੱਛਣ ਦਾ ਤਾਂ ਮਤਲਬ ਹੀ ਨਹੀਂ ਕੋਈ ਗਏ। ਮੈਨੂੰ ਤੁਸੀਂ ਇਹ ਕਹੋ ਕਿ ਪਾਰਟੀ ਦੀ ਦਰੀਏ ਵਿਛਾਣੀ ਹੁਣੇ ਵਿਛਾ ਦੇਣੀ ਹੈ, ਜੋਸ਼ੀ ਨੇ ਵੀ ਵਿਛਾਣੀ ਹੈ, ਇਹ ਪੁੱਛ ਲੈਣ ਗੱਲ, ਜੋਸ਼ੀ ਨੇ ਵੀ ਪੁੱਛ ਲੈਣਾ, ਜੋਸ਼ੀ ਨੇ ਵੀ ਦਰੀਏ ਵਿਛਾਣੀ ਹੈ, ਅਸੀਂ ਵੀ ਦਰੀਏ ਵਿਛਾਣੀ ਹੈ। ਸਾਡੇ ਪੱਲੇ ਕੀ ਆ? ਸਾਡੇ ਦੇ ਪੱਲੇ ਹੀ ਕੁਛ ਨਹੀਂ। ਪਿਛਲੇ 12 ਸਾਲ ਦਾ ਪਾਰਟੀ ਦੇ ਵੱਲੋਂ ਨਾ ਅਸੀਂ 3 'ਚ, ਨਾ ਅਸੀਂ 13 'ਚ, ਨਾ ਅਸੀਂ ਮੀਟਿੰਗ 'ਚ, ਨਾ ਸਾਨੂੰ ਸੁਣਿਆ ਜਾਂਦਾ, ਨਾ ਸਾਨੂੰ ਬੁਲਾਇਆ ਜਾਂਦਾ। ਸੋ ਕੋਈ ਯਾਰ ਸਾਨੂੰ ਕੋਈ ਤੁਹਾਡੇ ਵਰਗੇ ਆਦਮੀ ਆ ਜਾਂਦੇ ਨੇ ਪੁੱਛਣ ਵਾਸਤੇ ਕਿ ਇਹ ਮਾਸਟਰ ਇਹ ਹੋ ਗਿਆ, ਮਾਸਟਰ ਇਹ ਹੋ ਗਿਆ, ਫਿਰ ਸਾਨੂੰ ਜਵਾਬ ਦੇਣਾ ਪੈਂਦਾ ਯਾਰ ਅਸੀਂ ਚੁੱਪ ਗਿਆ ਤੇ ਅਸੀਂ ਗੁੰਗੇ ਹੋਈਏ, ਬਹਿਰੇ ਹੋਈਏ ਤੇ ਅਸੀਂ ਜਵਾਬ ਨਾ ਦਈਏ। ਹੁਣ ਕੋਈ ਪੁੱਛਣ ਆ ਜੇ ਤੇ ਅਸੀਂ ਜਵਾਬ ਤੇ ਦੇਣਾ ਹੀ ਹੈ। ਹੁਣ ਜਿਹੜੀ ਸਟੇਟ ਜਿਹੜੀ ਲੀਡਰਸ਼ਿਪ ਹੈਗੀ ਹੈ ਤੁਹਾਡੀ ਪੰਜਾਬ ਦੀ, ਤੁਹਾਡੇ ਮੁਤਾਬਿਕ ਸਹੀ ਕੰਮ ਕਰ ਰਹੀ ਹੈ ਉਹ, ਜਾਂ ਫਿਰ ਇਹ ਸਟੇਟ ਲੀਡਰਸ਼ਿਪ ਜਿਹੜੀ ਹੈਗੀ ਹੈ ਇਹ 'ਚ ਚੇਂਜ ਹੋਣੇ ਚਾਹੀਦੇ? ਤੁਸੀਂ ਮੈਨੂੰ ਨਾਲ ਜਾਓ, ਅਸੀਂ ਇਸ ਟੀਮ ਦੀ ਜਿਹੜੀ ਪੰਜਾਬ ਦੀ ਇਸ ਵੇਲੇ ਦੀ ਟੀਮ ਹੈ ਨਾ ਜੀ, ਉਹਨੂੰ ਮੁਬਾਰਕਬਾਦ ਹੀ ਦਿਓ ਤੁਸੀਂ ਬਸ ਮੇਰੇ ਵੱਲੋਂ ਕਿ ਬਹੁਤ ਬਈ ਸ਼ਾਬਾਸ਼ ਬਈ, ਬੜਾ ਅੱਛਾ ਕੰਮ ਕਰ ਰਹੇ ਹੋ, ਧੜਾ ਧੜ ਤੁਸੀਂ ਅੱਗੇ ਵਧੋ, ਬਸ ਤੁਸੀਂ 117 ਸੀਟਾਂ ਤੇ ਜਿੱਤੋ, ਮੇਰਾ ਥਾਪੜਾ ਲਵੋ, ਬਸ ਮੈਂ ਤੇ ਇਹੀ ਗੱਲ ਕਹਿਣੀ ਹੈ। ਸਾਹਿਬ ਨੇ ਤਾਂ ਸਵਾਲ ਚੱਕਦੇ ਪੂਰੀ ਪੰਜਾਬ ਜਿਹੜਾ ਯੂਨਿਟ ਹੈਗਾ ਉਹਦੇ ਤੇ, ਨਹੀਂ, ਜੋ ਮੈਂ- ਸਾਹਿਬ ਦੇ ਨਾਲ ਤੁਸੀਂ ਸਹਿਮਤ ਨਹੀਂ ਹੋ? ਹੁਣ ਮੈਂ ਉਹ ਕਹਿ ਰਹੇ ਹੈਗੇ ਨੇ ਇਹ ਤੁਸੀਂ ਮੇਰੇ ਮੂੰਹ 'ਚ ਨਾ ਪਾਓ, ਮੈਂ ਤੇ ਅਸ਼ੀਰਵਾਦ ਦੇ ਰਿਹਾ ਕਿ ਬਈ ਇਹ ਮੌਜੂਦਾ ਟੀਮ 117 ਸੀਟਾਂ ਤੇ ਜਿੱਤ ਕੇ ਆਏ, ਅਸੀਂ ਭੰਗੜਾ ਪਾਈਏ, ਮੈਂ ਵੀ ਪਾਵਾਂਗਾ, ਜੋਸ਼ੀ ਵੀ ਪਾਉਣਗੇ, ਗੱਲ ਖਤਮ। ਅਸੀਂ ਕੀ ਕਹਿ ਰਹੇ ਹਾਂ? ਅਸੀਂ ਕੋਈ ਖਿਲਾਫ ਗੱਲ ਕਰ ਰਹੇ ਹਾਂ? ਐਡੇ ਸ਼ਕਤੀਸ਼ਾਲੀ ਪ੍ਰਧਾਨ ਨੇ 117 ਸੀਟਾਂ ਨਹੀਂ ਜਿੱਤ ਸਕਦੇ, ਤੁਹਾਡੇ ਸਾਹਮਣੇ ਜਿੱਤ ਕੇ ਆਉਣਗੇ, ਜਿੱਤ ਕੇ ਆਉਣਗੇ। ਤੁਸੀਂ ਦੇਖੋ ਐਵੇਂ ਅਜੇ ਐਵੇਂ ਤੂੰ ਐਵੇਂ ਮੈਂ ਸਵਾਲ ਕਰੀ ਜਾਂਦਾ। ਅਸੀਂ ਤੇ ਮੁਬਾਰਕ 117 ਸੀਟਾਂ ਦੇ ਕਿਆ ਕੈਂਡੀਡੇਟ ਮਿਲ ਜਾਣਗੇ ਹੈ 117 ਦੇ। ਮੈਂ ਤੁਹਾਨੂੰ ਲਿਸਟ ਕੱਢ ਕੇ ਦੱਸਾਂ, ਇੱਕ ਸੀਟ ਤੇ 12 ਆਦਮੀਆਂ ਦੀ ਲਿਸਟ ਹੈ ਨਾ ਸਾਡੇ ਕੋਲ। ਕਿਉਂ ਜੀ? ਹੁਣੇ ਤਾਂ ਜੋਸ਼ੀ ਸਾਹਿਬ ਨੇ ਕਿਹਾ ਕਿਸੇ ਦਾ ਡਰਾਈਵਰ ਫੜ ਲਿਆ, ਕਿਸੇ ਦਾ ਮਾਲੀ ਫੜ ਲਿਆ, ਉਹ ਜਿਹੜੇ ਚੁਣਾਵ ਸੀ ਮੈਂ ਲਿਸਟਾਂ ਦੀ ਗੱਲ ਕਰ ਰਿਹਾ, ਲੜਾਉਣ ਵਾਸਤੇ ਤਾਂ ਮੈਂ ਕੈਂਡੀਡੇਟ ਨਹੀਂ ਮਿਲੇ। ਅਜੇ ਮੈਂ ਲਿਸਟਾਂ ਦੀ ਗੱਲ ਕਰ ਰਿਹਾ, ਲਿਸਟਾਂ 'ਚ ਕੌਣ ਹੈ ਇਹ ਥੋੜਾ ਮੈਂ ਦੇਖਿਆ, ਮੈਂ ਲਿਸਟਾਂ ਦੀ ਗੱਲ ਕਰ ਰਿਹਾ। 10-10 12-12 ਲਿਸਟਾਂ ਬਣੀ ਪਈ ਨੇ, ਇੱਕ ਕਾਂਸਟੀਚੁਐਂਸੀ। ਪਠਾਨਕੋਟ 'ਚ ਮੈਂ ਗਿਣਾ ਦੇਣਾ 12 ਆਦਮੀ ਦੀ ਲਿਸਟਾਂ ਨੇ। ਕਿੰਨਾ ਹੋ ਜੀ ਪਠਾਨਕੋਟ? ਹਾਂ, ਪਹਿਲੇ ਅਨਿਲ ਵਾਸੁਦੇਵਾ, ਅਨਿਲ ਰਾਮਪਾਲ, ਮਾਸਟਰ ਮੋਹਨ ਲਾਲ, ਅਸ਼ਵਨੀ ਸ਼ਰਮਾ, ਹਾਂਜੀ ਚੂੰਡੀ ਪ੍ਰਧਾਨ, 4-5 ਹੋਰ ਆਦਮੀ ਗਿਣਾ ਦੇਣਾ। ਕਿੰਨੇ ਹਰ ਜਗ੍ਹਾ ਤੇ ਲਿਸਟ ਹੈਗੀ ਹੈ, ਲਿਸਟਾਂ ਦੱਸਣਾ ਹੈ। ਮੈਂ ਤਾਂ 4-5 ਹੀ ਆਦਮੀ ਦੱਸਣੇ। ਮੈਂ ਨਹੀਂ, ਮੇਰਾ ਦਿਲ ਨਹੀਂ ਕਰਦਾ ਇਲੈਕਸ਼ਨ ਲੜਨਾ। ਜੇ ਅਗਰ 10 ਬੰਦੇ ਹੈਗੇ ਆ ਤੇ ਫਿਰ ਆਉਣ ਵਾਲੇ ਟਾਈਮ 'ਚ ਪਾਰਟੀ ਦਾ ਕੀ ਸਾਈਨ ਜਿੱਤੇਗੀ ਪਾਰਟੀ ਪਠਾਨਕੋਟ ਤੋਂ ਲੈ ਕਰਕੇ ਤੇ ਫਾਜ਼ਿਲਕਾ ਤੱਕ ਯਾਦ ਰੱਖਣਾ, ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ। ਐਵੇਂ ਭੁਲੇਖੇ 'ਚ ਨਾ ਰਿਹਾ ਤੁਹਾਨੂੰ ਕਿ ਲੱਗਦਾ ਹੈ ਕਿ ਇਹ ਹੈ ਫਲਾਣਾ ਠੀਕ ਹੈ। ਸਰਕਾਰ ਬਣਾਵਾਂਗੇ ਅਸੀਂ, ਜੋਸ਼ੀ ਸਾਹਿਬ ਨੂੰ ਫਿਰ ਮਿਨਿਸਟਰ ਬਣਾਵਾਂਗੇ ਅਸੀਂ। ਮਾਸਟਰ ਮੋਹਨ ਲਾਲ ਬਣੇ ਨਾ ਬਣੇ, ਜੋਸ਼ੀ ਸਾਹਿਬ ਨੂੰ ਮਿਨਿਸਟਰ ਬਣਾਵਾਂਗੇ। ਯਾਰ ਅਸੀਂ ਇਹ 'ਚ ਕੀ ਗੱਲ ਹੈ?